ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ, ਰਖ ਲੀਨੀ ਹਰ ਮੇਰੀ ਜੈਸੇ ਜਲ ਤੇ ਬੁਦਬੁਦਾ। ਉਪਜੈ ਬਿਨਸੈ ਨੀਤ ਜਗ ਰਚਨਾ ਤੈਸੇ ਰਚੀ। ਕਹੋ ਨਾਨਕ ਸੁਨ ਮੀਤ ਬੇਸ਼ੁਮਾਰ, ਅਥਾ ਗਨਤ ਅਤੁਲੈ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਪਰਮ ਸਨਮਾਨਯੋਗ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਸਮਰੱਥ, ਬਾਣੀ ਦੇ ਅਗੰਮੀ ਰਹਿਬਰ, ਕਲਯੁਗ ਦੇ ਜਹਾਜ਼ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਗੋਦ ਦਾ ਰੰਗ ਰਸ ਮਾਣ ਰਹੇ ਗੁਰੂ ਪਿਆਰਿਓ। ਗੁਰਮਤਿ ਗੁਰ ਸ਼ਬਦ ਦੀ ਲੜੀਵਾਰ ਵਿਚਾਰ ਆਪ ਜੀ ਦੇ ਸਨਮੁਖ ਭੇਟ ਕਰਾਂ। ਸਭ ਤੋਂ ਪਹਿਲਾਂ ਗੁਰਦੇਵ ਦੀ ਫਤਿਹ ਗਜਾਈਏ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਲੜੀਵਾਰ ਸ਼ਬਦ ਸ਼੍ਰੀ ਰਾਗ ਵਿੱਚ ਧੰਨ ਧੰਨ ਪ੍ਰਥਮ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਹੈ। ਆਓ ਸ਼ਬਦ ਸਰਵਣ ਕਰੀਏ ਜੀ। ਖੰਭ ਵਿਕਾਂਦੜੇ ਜੇ ਲਹਾ, ਕਿੰਨਾ ਸਾਵੀ ਤੋਲ। ਤਨ ਜੜਾਈ ਆਪਣੇ, ਲਾਹਾਂ ਸੋ ਸੱਜਣ ਟੋਲ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਰਾਗ ਮਹਿਲਾ ਪਹਿਲਾ ਘਰ ਦੂਜਾ। ਮੁਕਾਮ ਕਰ ਘਰ ਬੈਸਣਾ, ਨਿਤ ਚੱਲਣੈ ਕੀ ਧੋਖ। ਮੁਕਾਮ ਤਾਂ ਪਰ ਜਾਣੀਐ, ਜਾਂ ਰਹੈ ਨਿਹਚਲ ਲੋਕ। ਦੁਨੀਆ ਕੈਸ ਮੁਕਾਮੇ, ਕਰ ਸਿਦਕ ਕਰਣੀ ਖਰਚ ਬਾਂਧੋ। ਲਾਗ ਰਹੋ ਨਾਮੇ, ਦੁਨੀਆ ਕੈਸ ਮੁਕਾਮੇ। ਕਰ ਸਿਦਕ ਕਰਣੀ ਖਰਚ ਬਾਂਧੋ। ਲਾਗ ਰਹੋ ਨਾਮੇ ਰਹਾਓ। ਸ਼੍ਰੀ ਰਾਗ ਮਹਿਲਾ ਪਹਿਲਾ ਘਰ ਦੂਜਾ। ਇਹ ਪਾਵਨ ਸ਼ਬਦ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਅੰਗ 64 ਉੱਪਰ ਸੁਭਾਇਮਾਨ ਹੈ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼੍ਰੀ ਰਾਗ ਵਿੱਚ, ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦਾ ਪ੍ਰਥਮ ਰਾਗ ਹੈ। ਮਹਿਲਾ ਪਹਿਲਾ, ਉਹ ਘਰ ਜਿੱਥੇ ਪ੍ਰਥਮ ਜੋਤ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਟਿਕੀ ਹੈ। ਘਰ ਦੂਜਾ, ਸਿਰਲੇਖ ਵਿੱਚ
ਅੱਜ ਤੱਕ ਅਸੀਂ ਸਮਝਿਆ ਸੀ ਸ਼੍ਰੀ ਰਾਗ, ਧਨਾਸਰੀ, ਬਿਲਾਵਲ, ਦੇਵ ਗੰਧਾਰੀ, ਨਟ ਨਾਰਾਇਣ, ਮਾਲੀ ਗੌੜਾ, ਜੈਜਾਵੰਤੀ, ਇਹ ਜੇ ਰਾਗ ਲਿਖੇ ਜਾਣ, ਸਿਰਲੇਖ ਦਾ ਪਹਿਲਾ ਸ਼ਬਦ ਹੋਵੇ ਤੇ ਇਸ ਤੋਂ ਭਾਵ ਹੈ ਉਹ ਧੁਨ, ਉਹ ਰਾਗ ਜਿਸ ਵਿੱਚ ਸ਼ਬਦ ਨੂੰ ਸਤਿਗੁਰਾਂ ਨੇ ਉਚਾਰਨ ਕੀਤਾ। ਉਸ ਤੋਂ ਬਾਅਦ ਮਹਿਲਾ, ਜਿਸ ਤੋਂ ਭਾਵ ਹੈ 10 ਪਾਤਸ਼ਾਹੀਆਂ ਵਿੱਚੋਂ 6 ਪਾਤਸ਼ਾਹੀਆਂ ਦੀ ਉਹ ਜੋਤ ਜਿਹੜੀ ਬਾਣੀ ਉਚਾਰ ਰਹੀ ਹੈ। ਅੱਗੇ ਜੋਤ ਦਾ ਆਪ ਅੰਕ ਲਿਖਦੇ ਨੇ, ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਜਾਂ ਨੌਵਾਂ। ਇਹ 6 ਗੁਰਦੇਵ ਸਾਹਿਬ ਦੀ ਬਾਣੀ ਹੈ। ਅੱਜ ਸਿਰਲੇਖ ਵਿੱਚ ਸਤਿਗੁਰੂ ਲਿਖਦੇ ਨੇ ਘਰ ਦੂਜਾ। ਇਹ ਘਰ ਕੀ ਹੈ? ਜਿੱਥੇ ਸਤਿਗੁਰਾਂ ਦੇ ਕੋਲ ਭਾਈ ਮਰਦਾਨਾ ਸਨ, ਭਾਈ ਮਰਦਾਨਾ ਕੋਲ ਜਿਹੜੀ ਰਬਾਬ ਸੀ ਨਾ, ਉਹ ਖਾਨਦਾਨੀ ਰਬਾਬੀ ਸਨ। ਉਸ ਵਿੱਚ 4 ਤਾਰਾਂ ਸਨ, 4 ਜਿਹੜੀ ਉਹ ਰਬਾਬ ਵਜਾਉਂਦੇ ਸਨ, ਜਿਸ ਉੱਪਰ ਗਾਣੇ ਗਾਉਂਦੇ ਸਨ ਉਹਨਾਂ ਦੇ ਪਿਤਾ ਜੀ ਵੀ, ਮਰਦਾਨਾ ਜੀ ਆਪ ਵੀ। ਵਿਆਹਾਂ 'ਤੇ ਲੋਕਾਂ ਦੇ ਘਰਾਂ ਜਾ ਕੇ ਸੰਗੀਤ ਗੀਤ ਵਜਾਉਂਦੇ ਸਨ। ਪਰ ਜਦੋਂ ਸਤਿਗੁਰੂ ਨਾਨਕ ਦੇਵ ਸਾਹਿਬ ਨੇ ਭਾਈ ਮਰਦਾਨਾ ਨੂੰ ਆਪਣੇ ਨਾਲ ਲਿਆਇਆ ਨਾ, ਤੇ ਰਬਾਬ ਦੀ ਪਹਿਲੀ ਸੇਵਾ ਸਤਿਗੁਰੂ ਨੇ ਆਪ ਲਈ। ਅਸੀਂ ਤਾਂ ਮੱਥਾ ਟੇਕਦੇ ਹਾਂ ਨਾ ਆਪਣੀ ਇੱਛਾ ਨਾਲ, ਸੋਚੋ ਸਤਿਗੁਰੂ ਵੀ ਕਦੀ ਆਪਣੀ ਇੱਛਾ ਪ੍ਰਗਟਾਏ, ਜਿਵੇਂ ਦਸਮ ਪਿਤਾ ਨੇ ਵੀ ਆਪਣੀ ਇੱਛਾ ਪ੍ਰਗਟਾਈ। ਇੱਕ ਸੀਸ ਦੀ ਲੋੜ ਹੈ। ਇਸ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਆਪਣੀ ਵੱਡੀ ਭੈਣ ਜੀ ਬੇਬੇ ਨਾਨਕੀ ਜੀ ਨੂੰ ਕਿਹਾ ਸੀ, ਤੁਸੀਂ ਜਿੱਥੇ ਪਹਿਲੇ ਗੁਰਸਿੱਖ ਹੋਣ ਦਾ ਮਾਣ ਪ੍ਰਾਪਤ ਕਰਦੇ ਹੋ, ਉੱਥੇ ਗੁਰੂ ਘਰ ਦੀ ਪਹਿਲੀ ਭੇਟਾ ਵੀ ਤੁਹਾਡੇ ਹਿੱਸੇ ਆਏਗੀ। ਤੇ ਪਹਿਲੀ ਭੇਟਾ ਕੀ ਸੀ? ਅਕਾਲ ਪੁਰਖ ਦੀ ਬਾਣੀ ਜਦੋਂ ਉਤਰੇਗੀ, ਭੈਣ ਜੀ ਮੈਨੂੰ ਇੱਕ ਸਾਜ਼ ਦੀ ਲੋੜ ਹੈ, ਜਿਸ ਉੱਪਰ ਮੇਰਾ ਸਾਥੀ ਉਸ ਬਾਣੀ ਨੂੰ ਗਾਵੇ, ਵਜਾਵੇ। ਸੋ ਇਸ ਰਬਾਬ ਦੀ ਲੋੜ ਜਦੋਂ ਗੁਰੂ ਨਾਨਕ ਸਾਹਿਬ ਨੂੰ ਮਹਿਸੂਸ ਹੋਈ ਤੇ ਉਹਨਾਂ ਨੇ ਭੇਟਾ ਲਈ ਆਪਣੀ ਭੈਣ ਬੇਬੇ ਨਾਨਕੀ ਜੀ ਨੂੰ ਕਿਹਾ। ਰਬਾਬ ਆਪ ਤਿਆਰ ਕਰਵਾਈ, ਇਸ ਵਿੱਚ 5 ਤਾਰਾਂ ਰੱਖੀਆਂ। ਭਾਈ ਮਰਦਾਨਾ ਜੀ ਨੂੰ ਕਿਹਾ, ਅੱਜ ਤੋਂ ਬਾਅਦ ਇਹ ਰਬਾਬ ਵਜਾਉਣੀ, ਪਰ ਚੇਤੇ ਰਵੇ ਇਸ ਰਬਾਬ ਨੂੰ ਕਦੀ ਕਿਸੇ ਦੇ ਘਰ ਗੀਤ ਸੰਗੀਤ, ਕਿਸੇ ਵਿਆਹ ਦੇ ਮੌਕੇ, ਕਿਸੇ ਖੁਸ਼ੀ ਦੇ ਮੌਕੇ ਤੇ ਨਾ ਵਜਾਉਣਾ। ਇਸ ਰਬਾਬ ਤੇ ਕੇਵਲ ਰੱਬ ਦੇ ਗੀਤ ਵੱਜਣਗੇ, ਕੇਵਲ ਖੁਦਾ ਦੇ ਗੀਤ ਵੱਜਣਗੇ। ਭਾਈ ਮਰਦਾਨਾ ਨੂੰ ਸਖਤ ਹਦਾਇਤ ਸੀ। ਇਹ ਗੱਲ ਮੈਂ ਕਿਉਂ ਕਹਿ ਰਿਹਾ, ਕਈ ਵਾਰ ਵੇਖਣ ਵਿੱਚ ਆਉਂਦਾ ਹੈ ਗੁਰੂ ਘਰ ਵਿੱਚ ਢੋਲਕੀ ਔਰ ਛੈਣੇ ਹਨ ਨਾ, ਇਹ ਜਦੋਂ ਗੁਰੂ ਘਰ ਦੀ ਮਰਿਆਦਾ ਤੋਂ ਬਾਹਰ ਜਾਉਣ ਤੇ ਗ੍ਰੰਥੀ ਸਿੰਘ ਔਰ ਸੇਵਾਦਾਰਾਂ ਸਿੰਘਾਂ ਦੀ ਡਿਊਟੀ ਹੈ ਵੇਖਣਾ, ਜਿਸ ਘਰ ਜਾ ਰਹੇ ਨੇ ਕਿਧਰੇ ਉੱਥੇ ਗੀਤ ਸੰਗੀਤ ਵਿਆਹਾਂ ਦੇ ਤੇ ਨਹੀਂ ਵੱਜ ਰਹੇ, ਇਹਨਾਂ ਸਾਜ਼ਾਂ ਦੇ ਨਹੀਂ ਵੱਜ ਸਕਦੇ। ਸਤਿਗੁਰਾਂ ਦੀ ਸਖਤ ਹਦਾਇਤ ਹੈ, ਕਿਉਂਕਿ ਮੇਰੇ ਨਾਲ ਵਾਪਰ ਚੁੱਕਿਆ ਹੈ, ਮੈਂ ਤਾਂ ਕਰਕੇ ਗੱਲ ਕਹਿ ਰਿਹਾ। ਲੋਕੀ ਲੈ ਜਾਂਦੇ ਆ ਘਰ, ਜੀ ਅਸੀਂ ਮਹਿੰਦੀ ਰਾਤ ਰੱਖੀ ਹੈ ਤੇ ਢੋਲਕੀ ਦੇ ਦਿਓ ਗੁਰਦੁਆਰੇ ਦੀ। ਨਾ ਨਾ, ਇਸ ਵਿੱਚ ਤੇ ਅੱਲਾ ਦੇ ਗੀਤ ਵੱਜ ਸਕਦੇ ਨੇ, ਸਿਰਫ ਸਾਜ਼ਾਂ ਦੀ ਆਪਣੀ ਮਹਾਨਤਾ। ਸੋ ਸਤਿਗੁਰਾਂ ਨੇ ਜਿੱਥੇ ਰਬਾਬ ਇੱਕ ਐਸਾ ਸਾਜ਼ ਸੀ ਜਿਸ ਵਿੱਚ ਸੁਰ ਵੀ ਹੈ ਔਰ ਤਾਲ ਵੀ ਹੈ। ਬਾਕੀ ਸਾਰੇ ਰਬਾਬ ਜਾਂ ਸੁਰ ਦੇ ਹੁੰਦੇ ਨੇ ਜਾਂ ਤਾਲ ਦੇ। ਜਿਵੇਂ ਮੈਂ ਵਾਜਾ ਲਵਾਂ, ਮੈਂ ਬਾਂਸੁਰੀ ਲਵਾਂ, ਮੈਂ ਸਿਤਾਰ ਲਵਾਂ, ਗਿਟਾਰ ਲਵਾਂ, ਵੀਣਾ ਲਵਾਂ, ਸਾਰੰਗੀ ਲਵਾਂ, ਇਹ ਸਾਜ਼ ਲਵਾਂ, ਇਹ ਸਾਰੇ ਸੁਰ ਦੇ ਸਾਜ਼ ਨੇ, ਸਿਰਫ ਸੁਰ ਨਿਕਲਦਾ ਇਹਨਾਂ ਤੋਂ। ਪਰ ਮੈਂ ਢੋਲਕ ਲਵਾਂ, ਪਖਾਵਜ ਲਵਾਂ, ਤਬਲਾ ਲਵਾਂ, ਮਿਰਦੰਗ ਲਵਾਂ, ਇਹ ਸਾਰੇ ਤਾਲ ਦੇ ਸਾਜ਼ ਨੇ, ਸਿਰਫ ਤਾਲ ਨਿਕਲਦੀ ਹੈ। ਰਬਾਬ ਇੱਕ ਐਸਾ ਸਾਜ਼ ਜਿਸ ਵਿੱਚ ਸੁਰ ਵੀ ਹੈ ਔਰ ਤਾਲ ਵੀ ਹੈ। ਇਹ ਉਹ ਸਾਜ਼ ਹੈ ਜਿਸ ਦੇ ਨਾਲ ਤਬਲਾ ਵਜਾਉਣ ਦੀ ਲੋੜ ਹੀ ਨਹੀਂ ਹੈ। ਇਹ ਸੰਪੂਰਨ ਸਾਜ਼ ਹੈ। ਜਿਸ ਤਰ੍ਹਾਂ ਸਤਿਗੁਰੂ ਸੰਪੂਰਨ ਸਨ, ਸਰਬ ਕਲਾ ਸਮਰੱਥ ਸਨ, ਸਾਥੀ ਵੀ ਸੰਪੂਰਨ ਲੱਭਿਆ, ਸਾਜ਼ ਵੀ ਸੰਪੂਰਨ ਦਿੱਤਾ ਹੈ। ਜਿੱਥੇ ਕੀਰਤਨੀਏ ਸਿੰਘ ਨੂੰ ਹਦਾਇਤ ਹੈ ਕਿ ਸ਼੍ਰੀ ਰਾਗ ਵਿੱਚ ਇਸ ਸ਼ਬਦ ਨੂੰ ਗਾਉਣਾ ਕਰਨਾ, ਉੱਥੇ ਵਾਦਕ ਨੂੰ ਭਾਵ ਇਹ ਤਬਲਾ, ਮਿਰਦੰਗ, ਢੋਲਕ, ਪਖਾਵਜ ਵਜਾਉਣ ਵਾਲੇ ਨੂੰ ਹਦਾਇਤ ਹੈ ਘਰ ਦੂਜੇ ਵਿੱਚ ਵਜਾਉਣਾ। ਸੋ ਸੁਰ ਔਰ ਤਾਲ ਦੋਨਾਂ ਦਾ ਜ਼ਿਕਰ ਸਤਿਗੁਰੂ ਇਸ ਸ਼ਬਦ ਵਿੱਚ ਕਰਦੇ ਹੋਏ ਸ਼ਬਦ ਉਚਾਰਨ ਕਰਦੇ ਨੇ। ਆਓ ਰਹਾਉ ਦਾ ਬੰਦ ਸਭ ਤੋਂ ਪਹਿਲਾਂ ਸਾਂਝਾ ਕਰੀਏ। ਦੁਨੀਆ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਬਾਂਧੋ,
लाग रहो नामे दुनिया कैस मुकामे। मुकामे मुकाम, बच्चे पढ़ जान तो असीं उन्हां नूं पुछ लैंदे हां किस मुकाम ते पहुँचना है, किहड़ा मुकाम हासिल करना चाहुंदे हो। भाव मुकाम एक वो टिकाणा, वो शिखर जिथे एक बार बंदा पहुँच जाए तो उस तो बाद अगां वो तुरन दी तौफीक भुल जाता है, जां तुरन दी इच्छा भी नहीं रखता कि मैं पहुँच चुकिया। डॉक्टर बनना सी मैं बन चुकिया, इंजीनियर बनना सी मैं बन चुकिया, साइंटिस्ट बनना सी मैं बन चुकिया, गुरसिख बनना सी मैं बन चुकिया, संत भगत बनना सी मैं बन चुकिया, हद हो जाएगी रब बनना सी मैं बन चुकिया। मुकाम सतगुरु कहते हैं दुनिया नूं किधरे पक्का टिकाणा मुकाम ना समझ लई। कैस किवें समझ सकदा है तू, दुनिया कैस मुकाम है। दुनिया पक्का टिकाणा कदी भी नहीं हो सकती। असी बेनती का शब्द भी पढ़िया सी, जैसे जल ते बुध बुधा उपजै बिनसै नीत, जग रचना तैसे रची। एक जल तो उठिया पानी का बुलबुला, जे कोई मन लवे इसकी होंद सदा थिर रहन वाली है, धोखा खा जावांगे। इस तरह दुनिया बनी है। जां फिर जग रचना सब झूठ है, जान ले हो रे मीत, कह नानक थिर ना रहे, ज्यों बालू की पीत। जिमें रेत का कोई महल खड़ा कर दिए, होंद कोई बहुती देर नहीं है उसकी। इस तरह गुरदेव कह रहे हैं ये जिहड़ा तू सफ़र तय करना है लोक तो परलोक तक दा, इस विच लोक नूं थौ टिकाणा मन लेना तेरी सब तो वड्डी मूर्खताई होवेगी। दुनिया कैस मुकाम है, दुनिया कदी भी पक्का टिकाणा नहीं मन्निया जा सकता, क्योंकि ये नासवंत है। जो उपजियो सो बिनस है, जो एक बार पैदा हो गया उसने मरना ही मरना है। इस करके परमात्मा प्रथाएं असीं बोलते हैं अकाल मूरत, अकाल रहित है, समय तो बाहर है। फिर सतगुरु कहेंगे इस सफ़र ते तू तुर सकता है, एक मुकाम है, उस सफ़र ते तुरना किवें है, वो सफ़र है किहड़ा। हुण सफ़र ते कोई जा रहा होवे तो सब तो पहले अपने कोल रास रखदा है, रास पूंजी पैसा, कि मैं सफ़र ते जाना, खर्चा कितना होवेगा पहली सोच समझ के चलता है। सतगुरु भी कह रहे हैं सफ़र ते खर्चा जिहड़ा होवेगा मैं दसदा, वो खर्चा अपने कोल रख, मुकाम ते पहुँच जाएगा। मुकाम किहड़ा है, कर सिदक करनी खर्च बांधो, लाग रहो नामे। ये परमात्मा का नाम सच्चा मुकाम है। इस सफ़र ते तुरदे होए कर सिदक। असी आम ही कविता के बोल पढ़ते हैं, स्टेजां तो भी मैं बहुत बार सुनिया, सिर जावे तां जावे मेरा सिक्खी, सिदक ना जावे। इस सिदक तो भाव है भरोसा, दृढ़ता, श्रद्धा, बेअंतता वाहिगुरू की अपने हिरदे च महसूस कर लेना। कर सिदक, वाहिगुरू उपर तेरा अथाह भरोसा होवे, करनी खर्च बांधो। मैं कल भी बेनती की सी, जदों तक विश्रामां की सानू समझ नहीं ना आएगी, बाणी तो बहुता कुछ असी नहीं लै पाएंगे, बहुता कुछ खुंज जाएगा साढ़े हथों। आम शब्द असी पढ़ते हैं, ठाकुर तुम शरणाई आया, जां फिर सतगुरु आयो शरण तुहारी। जे मैं इस तरह पढ़ लिया ठाकुर तुम शरणाई आया, तो इसका भाव है ठाकुर तेरी शरण विच आया। अर्थां दे अनर्थ, जबकि है ठाकुर तुम शरणाई आया, ऐ मेरे ठाकुर मैं तेरी शरण आया। सतगुर आयो शरण तुहारी, असी पढ़ लें सतगुर आयो शरण तुहारी। हिंदी की गल मैनूं बहुत अच्छी लगती है। मैं बच्चों को अक्सर पढ़ाउंदा हुंदा कि विश्रामां की की महानता है। वो किसी के घर रहन लई मेहमान आए, वो तुर रहे सन, तो पिता ने अपने पुत्र नूं कहा कि बच्चे इन्हां ने प्यार बहुत दिता है तैनूं, इन्हां नूं रोक लै। हाँ, कहंदा पापा की कह के रोकां? कहंदे उन्हां नूं कह रुको मत जाओ। कहंदा ठीक है। जदों जांदा मेहमान कोल कहंदा है रुको मत जाओ। केवल विश्राम का फर्क है। रुको मत जाओ तीन शब्द ने ना जी, विश्राम नाल अर्थां दे अनर्थ हो जाणगे।
रुको मत जाओ, रुको मत जाओ। बिल्कुल ओपोजिट अर्थ हो गए ना, बिल्कुल ओपोजिट। सो सतगुरु कहते हैं विश्राम दे के बाणी पढ़ेगा तेनों बहुत ही समझ लग जाएगी। इत्थे भी कह रहे हैं कर सिदक शरदा रख सच्चे गुरु ते, करनी खर्च बांधो। करनी उच्चा आचरण, जत सत दा जीवन। जे तू ये रख लवेंगा ये तेरे लिए रस्ते दी पूंजी रास होवेगी। असी शाम दी बाणी जिहड़ी है संध्या दी, उसका की नाम है जी? रहरास। रहरास तो की भाव ने? रह तो भाव है रास्ता, राह। रास तो भाव है पूंजी, रस्ते दी पूंजी है जिहड़ी लोक तो परलोक जाण विच मदद करेगी। सो सतगुरु कह रहे हैं शरदा रख सच्चे गुरदेव ते, अपने जत दे जीवन नूं भाव एका नारी जती होए पर इस्त्री धी भैन बखाना। इस जत दे जीवन नूं सच्चे आचरण नूं अपना खर्च बना लै, लाग रहो नामे, सदा उसके नाम में लग्या रहे, एक दिन मुकाम ते पहुँच जाएगा। पर सतगुरु कह रहे हैं मुकाम तो कौन कौन भटके हुए ने, किस तरह भटके हुए ने और किस तरह इन्हों समझ लगेगी। सतगुरु पहली पंक्ति में फरमाना करते हैं मुकाम कर घर बैसना नित चलना की तोख। मुकाम कर पक्का टिकाणा, घर बैसना। इसने सोच लिया कि मेरा घर है जिथे मैं रह रहा, ये दुनिया, ये खलकीयत, ये मेरे धी भैन, मेरे माँ बाप, मेरा घर बार, मेरी गड्डियाँ, मेरी दौलत, इसनों मुकाम मान लिया है। गुरु साहब कह रहे हैं ये सोचता है कि सारा कुछ पक्का ही टिकण वाला है। मुकाम जिसका पक्का टिकाना है। मुकाम कर घर बैसना, ये सोचता है मेरा घर सदैव रहने वाला है। जेड़े सोचते हैं ऐसा, जिवें बाबर ने जो कोई कहता सी कि तू इतना पाप कमाया है, गुरु नानक साहब ने जिस प्रथाए बोलिया सी पाप की जंज लै काबुलो ताया जोरी मंगै दान वे ला लो। तो तू इन्ना पाप कमा रहा, अगे खुदा नूं की जवाब देवेंगा। तो पता है बाबर ने शेर लिखिया सी कि कहंदा सी रोज़ों नो बहारों में बा दिल रुबा खुशस्त, बाबर बाऐश कौश के आलम दोबारा नेस्त। कहंदा हुणे ही मौजा मान लो, हुणे ही ऐश कर लो, किसी नूं की पता मरण तो बाद जीवन है कि नहीं, अगे मेरा लेखा जोखा होवेगा कि नहीं। पर सतगुरु फरमाउणा करते हैं ऐसे लोग जिन्हों ने सोच लिया मेरा ही घर टिकाणा पक्का है, उन्हों के अंदर भी धोख, एक घबराहट, एक चिंता है कि मैं इत्थों चले जाना है। ताई अमर फल नूं सारी दुनिया दौड़ती रही, लभदी रही, कदी अमृत मिल जाए तो मैं सदैव अमर हो जावां, कदी मिल जाए सही। फिर सतगुरु फरमाउणा करते हैं मुकाम तां पर जानी है ज रह निहचल लोक। कहते हैं इस दुनिया नूं मैं थोड़ टिकाणा मन लवां पक्का, पर उदों मुकाम तां पर जानी है, उदों इसनूं पक्का टिकाणा मन्ना जां रह निहचल लोक। जे ये लोक सदैव काल लई रह जावे, पर यह सदैव काल लई रहिंदा नहीं, ये तां नासवंत है। फिर दोबारा रहाओ विच कहणगे दुनिया कैस मुकामे, इस दुनिया नूं तू किवें मुकाम मन सकदा है पक्का टिकाणा। कर सिदक शरदा रख, करनी खर्च बांधो, उच्चे आचरण वाला जत दा जीवन बना, लाग रहो नामे, सदा वाहिगुरू दे नाम विच लग्या रहे। ये शब्द का केंद्री भाव रहा हुआ है। जोगी तां आसन कर बहै। हुण देखो सतगुरु फरमा रहे हैं कि किवें लोकां ने मन लिया की पक्का मेरा मुकाम है, जबकि पक्का कुछ भी नहीं, तां भी लोकां ने मन्निया जोगी तां आसन कर बहै। आसन ला के जोगियां ने न्योली करम करै बहु आसन, जैन मार्ग संजम अत साधन। बड़े आसन लगा के ये जोगी बैठ गए ने और सोचते हैं कि बई इन्हां आसनां नाल इंद्रियां नूं काबू कर लेना, अपनी प्राणायाम नाल उम्रां वधा लैणियां ही पक्का मुकाम है। एक मैनूं प्रकरण चेते आया, धन धन दसम पातशाह श्री गुरु गोबिंद सिंह साहब को एक फकीर आया, 1000 साल उसकी उम्र सी। उस संगत विच बैठ के सिखां नूं कहंदा है तुहाडा उन्हें पहला गुरु भी नहीं सी जन्मिया ना, मैं उदों दा हां।
मैं मौत नूं काबू कीता है। मौत आउंदी है मेरे कोल, हथ बन के खलो जाती है, पुछदी है तैनूं आवां कि ना आवां, तो मैं मना कर दिंदा, चली जाती है। हज़ारां साल मेरी उम्र है, तो तुहाडा गुरु की चीज़ है। तो जिहड़े कच्चे पिल्ले सिख सन मेरे वर्गे, उन्हां दे दिल डोल गए। वाकई सतगुरु की तो उम्र बड़ी छोटी है। 8वें पातशाह 2 साल 2.5 साल भी नहीं कट पाए। सारे ही गुरु साहिबाना दे चलाने हो गए, शरीर त्याग गए। ये तो बड़ी वड्डी उम्र का बैठा है। तो सतगुरां नूं पुछ लैंदे, सतगुरु ये तो बड़ी वड्डी उम्र का कहता है कि मैं हज़ारां साल उम्र वधा ली है, मौत भी मेरे वस विच है। तो सतगुरु पता की जवाब दिंदे ने? कहंदे सही कहता है, मौत इसके वस विच है, हज़ारां साल इसदियां उम्रां हैं, पर अफसोस ये बड़ा गरीब है। सिख पुछदे ने गरीब किवें है? कहंदे ने इस कोल ना इक्को ही कपड़ा है पान नूं। तो कहंदे सतगुरु मेरे पहले 9 पातशाह अमीर बड़े ने। कहंदे वो किवें? कहंदे जोत एक दी सी, हरि दी जोत रूप हर आप गुरु नानक कहायो। कहंदे उस जोत ने पहला मकान लभ्या गुरु नानक नाम का कपड़ा पाया उसने। कहंदे जदों उसनूं लग्या ना कपड़ा पुराना हो गया, मैं नवा कपड़ा पाना है। अमीर बड़ा सी, उसने कपड़ा बदल लिया दूसरा। जोत रूप हर आप गुरु नानक कहायो, तांते अंगद भयो तत् स्यों तत् मिलायो। अंगद कृपा तार अमर सतगुर थिर कियो, अमरदास अमृत छतर गुरु रामै दियो। कहंदे जदों गुरु अंगद देव जी नूं लग्या चोला पुराना हो गया, उन्होंने कहा मैं चोला बदलना है, उन्होंने गुरु अमरदास नाम का चोला पा लिया। कहंदे सतगुरां दी जोत अमीर बड़ी है, ये गरीब बड़ा है, इक्को कपड़े नूं किसी जा रहा है। इसनूं को हिम्मत है तो कपड़ा बदल के दिखावे। सो सतगुरु उपर शक करन तो पहले 100 बार सोच लीए। सतगुरु जिथे साडी अकल की समाप्ति है, उत्थे उसकी अकल शुरू होंदी है। सतगुरु कह रहे हैं, ये जोगी सोच बैठे कि आसना विच ही मैं सारी उम्र रह लवांगा। गुरु नानक साहब नूं मिले ना राजयोगी भरथरी, 5000 साल उम्र। गोरखनाथ के जड़े चेले मिले 10-10 हज़ार साल उम्र सी उन्हां दी। गुरु नानक साहब नूं बाला कह के, बच्चा कह के पुकारदे सन। पर अखीर होया कि मारिया सिक्का जगत विच, नानक निर्मल पंथ चलाया। सारे जोगियां सिद्धां नूं गुरु नानक साहब के कदमां ते डिगना पिया। उन्हां नूं भी समझ लग गई प्राणायाम नाल असीं साह ते काबू कर सकते हैं, पर वाहिगुरू दा दर कर नहीं पा सकते। सतगुरु कह रहे हैं मुकाम जोगी सोच बैठन की आसन मेरा मुकाम है, पर आसन भी इन्हां दा मुकाम नहीं। मुल्ला बह मुकाम। मुल्ला ये जड़े मसीत विच बैठे मुल्ला काजी ने, पीर ने, ये सोच बैठे कि ये किसी थो टिकाने ते बैठ के केवल अल्लाह का नाम जपना, भावें ढोंग भावें कर्मकांड भावें जिहाद के नाम ते कतलेआम कतलो गारत करनी, यही मेरा मुकाम है। सतगुरु कहते हैं ये भी तेरा मुकाम नहीं। अगे फरमा रहे हैं पंडित वखाणै पोथियां सिद्ध बहं देव स्थान। ये पंडित जड़े ने विचार तकरार विच पोथियां नाल ही विचार करी जा रहे हैं। फलाने ग्रंथ की विचार नाल किसी नूं हरा देना, किसी नूं नीवा दिखाना, किसी धर्म की बदजात करनी, बहुत तौहीन करनी। ये सोचते हैं इस बहस मुबासे विच ही थौ टिकाना, मुकाम टिकया। सतगुरु कहते हैं इस विच भी कोई नहीं। सिद्ध बह देव स्थान। देव स्थान भाव मंदिर दिवाले शिवाले विच सिद्ध बैठे हैं। सिद्ध कौन होंदे ने? जिन्हां ने अपने मन नूं 5 काम इंद्रियां तो वर्ज लिया, काबू कर लिया, जिन्हां ने बन के रखे काम इंद्रिय, ये सिद्ध ने। ये सिद्ध भी देव स्थानां ते बैठ के सोचते हैं कि साढ़े कोल सिद्धियां आ चुकी हैं, बस हुण यही मुकाम है। सतगुरु कहते हैं सिद्धियां भी कुछ नहीं, रिद सिद्ध अवरा साध। सतगुरु कहते हैं थोड़ी बाणी पढ़न वाला, केवल थोड़ी जी बाणी चित ला के पढ़न वाला, सिद्धियां उसके पैरों ते रुलणगियां। पर कहते ने रस्ते की रुकावट है, मता किधरे कोई सिद्धियां विच ही फस जाए। देखो रिद्धियां सिद्धियां वक़्त के मालिक श्री गुरु नानक देव साहब को नहीं होणगियां। वो की चाहते तो की नहीं सन कर सकते, पर बाबर की जेलों च बैठे रहे। चांदनी चौक में गुरु तेग बहादुर साहब ने सीस धड़ तो जुदा करवाना मंजूर किया, करामात नहीं विखाई। करामात नहीं सी, तवे ते बैठना सौखा है, सोच भी नहीं जा सकती। भाई मती दास नूं जदों आरे नाल फाड़ दिता ना, 2 शरीर फाड़ हो गए सी।
ਪੰਚ ਪ੍ਰਮਾਣ ਪੰਚ ਪ੍ਰਧਾਨ ਪੌੜੀ ਚੱਲ ਰਹੀ ਸੀ ਉਸ ਵੇਲੇ। ਜਪਜੀ ਸਾਹਿਬ ਕਰਦੇ ਸੀ ਜਦੋਂ ਸਰੀਰ ਤੇ ਸਿਰ ਤੇ ਆਰਾ ਸ਼ੁਰੂ ਹੋਇਆ, ਸਰੀਰ ਦੁਫਾੜ ਹੋ ਗਿਆ, ਪੰਚ ਪ੍ਰਮਾਣ ਚੱਲਦਾ ਸੀ ਉਦੋਂ 16ਵੀਂ ਪੌੜੀ। ਇੱਕ ਸਰੀਰ ਪੜਦਾ ਸੀ ਪੰਚ ਪ੍ਰਮਾਣ ਪੰਚ ਪ੍ਰਧਾਨ, ਦੂਸਰਾ ਬੋਲਦਾ ਸੀ ਪੰਚੇ ਪਾਵਨ ਦਰਗਾਹ ਮਾਨ। ਇੱਕ ਸਰੀਰ ਇੱਕ ਪੰਕਤੀ ਤੇ ਦੂਸਰਾ ਸਰੀਰ ਦੂਸਰੀ ਪੰਕਤੀ। ਜਦੋਂ ਤੱਕ ਜਪਜੀ ਸਾਹਿਬ ਦੀ ਸਮਾਪਤੀ ਨਹੀਂ, ਪ੍ਰਾਣ ਨਹੀਂ ਸਨ ਨਿਕਲੇ ਭਾਈ ਮਤੀ ਦਾਸ ਦੇ। ਹੁਣ ਗਿਆ ਜੱਲਾਦ ਸਤੀ ਦਾਸ ਕੋਲ, ਸਾੜਨ ਉਹਨਾਂ ਨੂੰ ਸ਼ਰਤਾਂ ਸੁਣਾਉਂਦਾ ਹੈ, ਮੌਤ ਕਬੂਲ ਕਰੋ, ਇਸਲਾਮ ਧਾਰਨ ਕਰੋ ਜਾਂ ਕਰਾਮਾਤ ਦਿਖਾਓ। ਕਹਿੰਦੇ ਨਾ ਅਸੀਂ ਆਪਣੇ ਦੀਨ ਦੇ ਪੱਕੇ ਹਾਂ, ਇਸਲਾਮ ਅਸੀਂ ਧਾਰਨ ਕਰਦੇ ਨਹੀਂ, ਕਰਾਮਾਤ ਕਹਿਰ ਕਰਕੇ ਜਾਣਨੀ। ਸਤਿਗੁਰਾਂ ਨੇ ਕਿਹਾ ਮੌਤ ਸਾਨੂੰ ਪਹਿਲਾਂ, ਮਰਨ ਕਬੂਲ ਦਾ ਉਪਦੇਸ਼ ਸਾਨੂੰ ਪਤਾ ਹੈ, ਤੂੰ ਮਾਰ ਦੇ। ਜਦੋਂ ਸਾੜਨ ਲੱਗਦਾ ਨਾ ਰੂਹ ਵਿੱਚ, ਤੇ ਸਤੀਦਾਸ ਕਹਿੰਦੇ ਨੇ ਤੁਸੀਂ ਅੰਨੇ ਹੋ। ਕਹਿੰਦੇ ਨੇ ਕਰਾਮਾਤ ਕੇਵਲ ਕਹਿ ਕੇ ਨਹੀਂ ਵਿਖਾਈ ਜਾਂਦੀ, ਤੁਹਾਡੇ ਸਾਹਮਣੇ ਵਾਪਰ ਗਈ, ਤੁਸੀਂ ਅੰਨੇ ਹੋ, ਅਕਲ ਦੇ ਅੰਨੇ ਹੋ। ਕਹਿੰਦੇ ਵੇਖਿਆ ਕਦੀ ਸਿਰ ਤੋਂ ਆਰਾ ਲੈ ਕੇ ਜ਼ਬਾਨ ਫਾੜਦੇ ਤੇ ਕੁਝ ਬੋਲ ਨਿਕਲ ਜਾਣ? ਕਹਿੰਦੇ ਤੁਸੀਂ ਸਰੀਰ ਪੂਰਾ ਫਾੜ ਦਿੱਤਾ ਤਾਂ ਵੀ ਜਪਜੀ ਸਾਹਿਬ ਹੁੰਦਾ ਰਿਹਾ, ਅਕਲੋਂ ਅੰਨੇ ਹੋ। ਕਹਿ ਕੇ ਕਰਾਮਾਤ ਨਹੀਂ ਹੁੰਦੀ, ਸੁੱਤੇ ਸਿੱਧ ਵਾਪਰ ਜਾਂਦੀਆਂ। ਸੋ ਸਤਿਗੁਰੂ ਕਹਿ ਰਹੇ ਨੇ, ਸਿੱਧ ਸੋਚ ਬੈਠੇ ਨੇ ਕਿ ਇਹ ਮੁਕਾਮ ਹੈ। ਜੇ ਇਹੀ ਮੁਕਾਮ ਹੁੰਦਾ ਤੇ ਗੁਰਸਿੱਖਾਂ ਨੂੰ ਹੋਰ ਨਾਮ ਜਪਣ ਦੀ ਲੋੜ ਨਹੀਂ ਸੀ। ਸਿੱਧੀਆਂ ਤੇ ਆਮ ਹੀ ਰੁਲ ਰਹੀਆਂ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਕਿਸ ਦੇ? ਜੋ ਹਰ ਹਿਰਦੈ ਸਦਾ ਵਸਾਏ। ਸੋ ਸਤਿਗੁਰੂ ਕਹਿ ਰਹੇ ਨੇ ਸਿੱਧੀਆਂ ਵੀ ਮੁਕਾਮ ਨਹੀਂ ਹਨ। ਅੱਗੇ ਬੇਨਤੀ ਕਰਦੇ ਸਤਿਗੁਰੂ ਸਾਨੂੰ ਸਮਝਾਉਂਦੇ ਹਨ, ਸੁਰ ਸਿੱਧ ਗਣ ਗੰਧਰਵ ਮੁਨ ਜਨ ਸ਼ੇਖ ਪੀਰ ਸਲਾਰ, ਸਾਰੇ ਕੌਮਾਂ ਨਾਲ ਲੱਗੇ ਨੇ ਇੱਥੇ, ਸਾਰਿਆਂ ਦੇ ਅੱਗੇ ਵਿਸ਼ਰਾਮ ਲੱਗਿਆ ਹੈ। ਗੁਰੂ ਸਾਹਿਬ ਦੱਸ ਰਹੇ ਨੇ ਕੌਣ ਕੌਣ ਇੱਥੇ ਆਪਣੇ ਆਪ ਨੂੰ ਪੱਕਾ ਟਿਕਾਣਾ ਮੰਨ ਕੇ ਬੈਠੇ ਸਨ ਔਰ ਸਾਰੇ ਹੀ ਤੁਰਦੇ ਗਏ। ਕੌਣ? ਸੁਰ ਭਾਵ ਦੇਵਤੇ, ਸਿੱਧ ਜਿਨ੍ਹਾਂ ਨੇ ਇੰਦਰੀਆਂ ਨੂੰ ਕਾਬੂ ਕਰ ਲਿਆ, ਗਣ ਗਣ ਨੇ ਉਪਾਸ਼ਕ, ਦਾਸ ਸੇਵਕ। ਗ੍ਰੰਥ ਲਿਖਦੇ ਨੇ ਸ਼ਿਵ ਜੀ ਦੇ ਦਾਸਾਂ ਨੂੰ ਗਣ ਕਿਹਾ ਜਾਂਦਾ ਹੈ। ਗੰਧਰਵ, ਜਦੋਂ ਅਸੀਂ ਸਵਈਆ ਪੜ੍ਹਦੇ ਹਾਂ ਆਰਤੀ ਵਿੱਚ, ਦਸਮ ਪਿਤਾ ਦਾ ਯਾਤੇ ਪ੍ਰਸੰਨ ਭਏ ਹੈ ਮਹਾਮਨ, ਇਸ ਵਿੱਚ ਇੱਕ ਪੰਕਤੀ ਆਏਗੀ, ਕਿੰਨਰ ਗੰਧਰਵ ਗਾਨ ਕਰੈ ਗਨ ਜਛ ਪੱਛਰ ਨਿਰਤ ਦਿਖਾਵੈ। ਇਹ ਗਣ ਗੰਧਰਵ ਉਹ ਹਨ, ਇੱਕ ਗਵਈਆ ਨੇ ਤੇ ਇੱਕ ਨਾਚਣ ਵਾਲੇ ਨੇ, ਇੱਕ ਨੱਚਣ ਵਾਲੇ ਨੇ। ਇਹ ਗੰਧਰਵ ਜਿਹੜੇ ਨੇ ਜਿਵੇਂ ਗੁਰੂ ਘਰ ਦੇ ਕੀਰਤਨੀਏ ਹੁੰਦੇ ਨੇ, ਇਸ ਤਰ੍ਹਾਂ ਪਰਲੋਕ ਵਿੱਚ, ਸਵਰਗ ਲੋਕ ਵਿੱਚ ਇੰਦਰ ਦੇ ਕੋਲ ਜਿਹੜੇ ਗਾਉਣ ਵਾਲੇ ਰਾਗੀ ਨੇ ਉਹਨਾਂ ਨੂੰ ਗੰਧਰਵ ਕਿਹਾ ਜਾਂਦਾ ਹੈ। ਉਹ ਵੀ ਪੱਕਾ ਟਿਕਾਣਾ ਨਹੀਂ। ਸਤਿਗੁਰੂ ਕਹਿੰਦੇ ਨੇ ਸੁਰ ਦੇਵਤੇ ਸਿੱਧ ਨਾਥ ਗਣ ਸ਼ਿਵ ਦੇ ਉਪਾਸ਼ਕ, ਗੰਧਰਵ ਗਾਉਣ ਵਾਲੇ, ਮੁਨ ਜਨ ਜਿਨ੍ਹਾਂ ਨੇ ਮੌਨ ਧਾਰਨ ਕਰ ਲਿਆ। ਹਾਲਾਂਕਿ ਜ਼ਬਾਨ ਦਿੱਤੀ ਹੈ, ਬੋਲਣ ਲਈ ਦਿੱਤੀ ਹੈ, ਵਾਧੂ ਨਹੀਂ ਬੋਲਣਾ, ਫਿੱਕਾ ਨਹੀਂ ਬੋਲਣਾ, ਕੌੜਾ ਨਹੀਂ ਬੋਲਣਾ, ਪਰ ਬੋਲਣਾ ਹੈ। ਚੁੱਪ ਤੇ ਰਹਿਣਾ ਹੀ ਨਹੀਂ ਹੈ। ਚੁੱਪ ਹੈ, ਚੁੱਪ ਨਾ ਹੋ ਬਈ, ਬੋਲਣਾ ਹੈ। ਪਰ ਬੋਲਣਾ ਕੀ ਹੈ? ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਹਰੀ ਦਾ ਨਾਮ ਜਪਣਾ ਹੈ। ਮੁਨ ਜਨ ਸ਼ੇਖ ਪੀਰ ਸਲਾਰ, ਵੱਡੇ ਵੱਡੇ ਸ਼ੇਖ ਪੀਰ, ਸਲਾਰ ਤੋਂ ਭਾਵ ਸਰਦਾਰ, ਬੜੇ ਵੱਡੇ ਆਪਣੇ ਆਪ ਨੂੰ ਖਵਾਉਣ ਵਾਲੇ। ਦਰ ਕੂਚ ਕੂਚਾ ਕਰ ਗਏ, ਦਰ ਬਾ ਦਰ ਆਪਣੀ ਵਾਰੋ ਵਾਰੀ ਕੂਚ ਕਰ ਗਏ, ਸੰਸਾਰ ਤੋਂ ਤੁਰਦੇ ਗਏ, ਅਵਰੇ ਪੇ ਚੱਲਣ ਹਾਰ। ਜਿਹੜੇ ਹੁਣੇ ਦਿਖ ਰਹੇ ਨੇ ਸਾਡੇ ਵਰਗੇ ਜੀਵ, ਇਹ ਵੀ ਇੱਕ ਦਿਨ ਚਲੇ ਜਾਣਗੇ। ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ। ਫਿਰ ਸਤਿਗੁਰੂ ਸਮਝਾ ਰਹੇ ਨੇ ਹੋਰ ਕੌਣ ਕੌਣ ਚਲੇ ਗਏ? ਸੁਲਤਾਨ ਬੜੇ ਵੱਡੇ ਬਾਦਸ਼ਾਹ, ਖਾਨ ਆਪਣੇ ਆਪ ਨੂੰ ਅਖਵਾਉਣ ਵਾਲੇ। ਗੁਰਬਾਣੀ ਦੀ ਪੰਕਤੀ ਆਏਗੀ, ਨਾਮ ਜਿਨਾ ਸੁਲਤਾਨ ਖਾਨ ਭੀ ਤਨ ਹੋਸੀ ਖੇ, ਉਹਨਾਂ ਦੇ ਵੀ ਤਨ ਖੇ ਹੋ ਜਾਣਗੇ। ਸੁਲਤਾਨ ਖਾਨ ਮਲੂਕ, ਕਿਸੇ ਚੀਜ਼ ਦੇ ਜੱਦੀ ਜਾਇਦਾਦ ਦੇ ਮਾਲਿਕ, ਰਾਜੇ ਬਾਦਸ਼ਾਹ। ਉਮਰੇ ਅਮੀਰ ਲੋਗ ਗਏ, ਚਲੇ ਗਏ, ਕਰ ਕਰ ਕੂਚ, ਆਪਣੀ ਵਾਰੋ ਵਾਰੀ ਇਧਰੋਂ ਜਾਂਦੇ ਗਏ। ਜਿਹੜਾ ਆਪਣੇ ਆਪ ਨੂੰ ਅਮਰ ਸਮਝ ਕੇ ਬੈਠਿਆ ਸੀ ਸਿਕੰਦਰ, ਬਹੁਤੀ ਦੁਨੀਆ ਦਾ ਰਾਜਾ ਬਣ ਕੇ ਬੈਠਿਆ ਸੀ ਸਿਕੰਦਰ, ਇਹ ਹਉਮੈ ਦਾ ਕੰਡਾ ਜਿਹੜਾ ਉਸਨੂੰ ਸੀ ਕਿ ਮੈਂ ਹਾਂ ਬਹੁਤੀ ਦੁਨੀਆ ਦਾ ਰਾਜਾ ਬਣ ਚੁੱਕਿਆ, ਸਾਰੀ ਦੁਨੀਆ ਦਾ ਵੀ ਬਣ ਜਾਵਾਂਗਾ ਇੱਕ ਦਿਨ। ਹੰਕਾਰ ਤੋੜਨਾ ਹੋਏ ਨਾ, ਵਾਹਿਗੁਰੂ ਕੀੜੀ ਤੋਂ ਵੀ ਹੰਕਾਰ ਤੋੜਵਾ ਦਿੰਦੇ। ਪਤਾ ਹੈ ਸਿਕੰਦਰ ਦਾ ਹੰਕਾਰ ਕਦੋਂ ਟੁੱਟਿਆ? ਇਹ ਯੂਨਾਨ ਜਾ ਰਿਹਾ ਸੀ ਆਪਣੀ ਆਖਰੀ ਜੰਗ ਤੋਂ ਬਾਅਦ,
ਪਾਣੀ ਦੇ ਜਹਾਜ਼ ਵਿੱਚ ਖੁੱਲੇ ਵਿੱਚ ਬੈਠਿਆ ਸੀ, ਆਰਾਮ ਕਰ ਰਿਹਾ ਸੀ। ਹੰਕਾਰ ਤੋੜਨਾ ਸੀ ਕਰਤਾਰ ਨੇ, ਤੇ ਕਿਸੇ ਜੰਗ ਦੇ ਮੈਦਾਨ ਵਿੱਚ ਰਾਜੇ ਤੋਂ ਨਹੀਂ ਤੋੜਵਾਇਆ। ਹੰਕਾਰ ਕਿਸ ਤੋਂ ਟੁੱਟਿਆ ਸਿਕੰਦਰ ਦਾ? ਇਹ ਆਰਾਮ ਕਰ ਰਿਹਾ ਧੁੱਪ ਵਿੱਚ। ਕਊਆ ਇੱਕ ਉੱਪਰ ਉੱਡਦਾ ਸੀ, ਉਹ ਕਾਂ ਇਸ ਉੱਪਰ ਬਿਠ ਕਰ ਗਿਆ, ਉੱਡਦਾ ਸੀ। हैरान रह गया सिकंदर, सारी दुनिया का बादशाह मैं बनने वाला, मेरा तो जोर कां ते भी नहीं चलता, मेरे ते बिठ कर गया सिकंदर ते दूसरी बार जदों मरण कंडे पिया, इसने वैदा नूं कहा कि अद्धी जायदाद का मालिक तुहानूं बना दांगा, अद्धे संसार का, मैनूं केवल 4 दिन दे दो, मां नूं वादा करके आया कि तैनूं मिलन जरूर आवांगा। कहंदे तू पूरी जायदाद भी सानूं दे दे, ਤਾਂ ਵੀ 4 ਦਿਨ ਤੇ ਰਹੇ ਦੂਰ, ਤੈਨੂੰ 4 ਸਵਾਸ ਵੀ ਨਹੀਂ ਅਸੀਂ ਦੇ ਸਕਦੇ। ਉਦੋਂ ਸਿਕੰਦਰ ਦਾ ਹੰਕਾਰ ਟੁੱਟਿਆ ਸੀ, ਹੈ ਮੇਰਾ ਤੇ ਹੁਕਮ ਮੌਤ ਤੇ ਵੀ ਨਹੀਂ ਚੱਲਦਾ। ਸੋ ਸਤਿਗੁਰਾਂ ਨੇ ਕਿਹਾ ਇਹ ਮਲੂਕ ਉਮਰੇ ਜਿਹੜੇ ਸੁਲਤਾਨ ਖਾਨ ਨੇ, ਇਹ ਵੀ ਆਪਣੀ ਵਾਰੋ ਵਾਰੀ ਘੜੀ ਮੌਤ ਕੇ ਚਲਣਾ ਦਿਲ ਸਮਝ ਤੂੰ ਭੇ ਪਹੁੰਚ, ਵਾਰੋ ਵਾਰੀ ਜਾਂਦੇ ਗਏ। ਅਸੀਂ ਵੀ ਗੁਰੂ ਸਾਹਿਬ ਕਹਿੰਦੇ ਨੇ ਘੜੀ ਮੌਤ, ਇਧਰ ਮੌਤ ਦਾ ਮਤਲਬ ਮੌਤ ਨਹੀਂ ਹੈ, ਇਹ ਮੌਤ ਸ਼ਬਦ ਮਹੂਰਤ ਤੋਂ ਬਣਿਆ ਹੈ। ਘੜੀ ਔਰ ਮੌਤ ਇਹ ਅਕਸਰ ਇਕੱਠੇ ਹੀ ਆਉਣਗੇ ਗੁਰਬਾਣੀ ਵਿੱਚ। ਘੜੀ 24 ਮਿੰਟ ਦਾ ਸਮਾਂ, ਮੌਤ ਮਹੂਰਤ ਕਹਿੰਦੇ ਨਾ, ਮਹੂਰਤ ਕੱਢਣਾ ਹੈ। ਮਹੂਰਤ ਹੈ ਕਿ ਮਹੂਰਤ ਹੁੰਦੀਆਂ 2 ਘੜੀਆਂ, 48 ਮਿੰਟ ਦਾ ਸਮਾਂ। ਐਸਾ ਕੰਮ ਜਿਹੜਾ 48 ਮਿੰਟਾਂ ਦੇ ਵਿੱਚ ਕਰਨਾ ਹੈ, ਕਹਿੰਦੇ ਮਹੂਰਤ ਕੱਢਿਆ। ਘੜੀ ਮੌਤ, ਗੁਰੂ ਸਾਹਿਬ ਕਹਿੰਦੇ ਨੇ 1 ਜਾਂ 2 ਘੜੀ ਦਾ ਤੂੰ ਮਹਿਮਾਨ ਹੈ, तू भी चले जाएगा। घड़ी मौत के चलना दिल समझ, अपने दिल में समझा तू भे पहुँच, तू भी एक दिन इधरों चले जाएगा। ये भे शब्द देख के मैंने एक गल चेते आई। असी एक श्लोक पढ़ते हैं जपजी साहिब विच, प्रथम श्लोक, आद सच जुगात सच है भी सच नानक होसी भी सच। यही श्लोक सुखमनी साहिब विच आएगा। आद सच जुगात सच है भे सच नानक होसी भे सच। अर्थ दोनों के बिल्कुल सेम ने। गुरु अर्जन पातशाह का लिखिया श्लोक और गुरु नानक पातशाह का लिखिया श्लोक हू बहू अर्थ सेम ने, पर तां भी सिहारी लगाई है एक जगह बिहारी लगाई है। क्यों? जिवें मैं सोदर पढ़ा जपजी साहिब दी, सोदर केहा सो घर केहा जित बै सरब संभाले। सोदर पढ़ा रहराज दी, सोदर तेरा केहा सो कर केहा जित बै सरब संभाले। ये दोनों में बड़े फर्क ने, अर्थ हू बहू सेम ने, पर फर्क सतगुरां ने इस करके पाया है, सिख पढ़दा होया अणग्याली ना कर जाए, सुचेत रवे प्रभ की उस्तत करो संत मीत सावधान, एक आगर चीत। मेरा सिख मेरा बच्चा सुचेत रवे, ये आलस ना कर जाए बाणी पढ़ते हुए। सो इधर भी सतगुरु भे लगाउंदे हन। इसका भी अर्थ भी है कि तू भी चले जाना है, पर असीं सतर्क होकर पढ़ना है कि सतगुरु ने किहड़ी मात्रा किस थाई वरती है। शब्दा माहे वखाणी है विरला तां बूझै कोई। कहंदे शब्दां विच जबान नाल बोल तां सारे ही दिंदे है, वखाणी है सारे ही बोल दिंदे कि असीं चले जाएंगे चले जाएंगे चले जाएंगे, पर सतगुरु कहंदे विरला तां बूझै कोई। पर इसकी समझ किसी विरले नूं ही है कि वाकई चले जाएंगे। जिमें कबीर साहब का एक शब्द आएगा, मुस मुस रोवै कबीर की माई। कबीर साहब ने अपना बुनना तन्ना त्याग के की किया, नाम जपना शुरू किया। पर पता है कित्थे नाम जपना शुरू किया? शमशान विच। ये शमशान चले जाते सन नाम जपन। तो माता ने कहा ये बालक कैसे जीवे रघुराई, ये तो मर जाएंगे भुखे। तो कबीर साहब पता है की कहते हैं, माता क्यों घबराउंदियां, बच्चे तू कुछ कमा के नहीं लिया रहा, मर जाएंगे बच्चे पिछे। कहते माँ जिथे मैं जा रहा उत्थे बेशकीमती हीरे मोती मैं रोज़ इकट्ठे करदा। कहती लिया वेचीए तो राशन लियाइए। कहते माँ नहीं, जड़ा जाएगा ना इकट्ठा वो ही कर सकता है, तो वेच भी हो ही सकता है, खा भी हो ही सकता है, दूसरा लै ही नहीं सकता। बेशकीमती हैं। कहती मैनू भी लै चलेगा, यकीनन लै चलांगा। लै चलदा शमशान। हाय लोकी कहंदे सी तू कमला हो गया, मैं यकीन नहीं सी कीता, तू खजाने लभण आया शमशान विच, तू मैनू मजबूर कर रहा कहण नूं।
कबीर साहब कहते हैं 10 मिनट इत्थे टिक के बैठ ते सही, नज़ारा वेख ते सही। 10 मिनट माँ बैठती है, माँ नूं पुछदा माँ भुख लगी है, राशन पाइए? कहती जन्मां जन्मां दी भुख मिट गई। कबीर बच्चे असी भी चले जाएंगे। देखो बंदा चलिया 100 जणियां दे कंन, 4 मोडियां ते लिया रहे, लाशां ही लाशां सड़ रही हैं, असी भी तुर जाएंगे, मेरी तो भुख ही मर गई। कहता तू तो एक दिन वेख के आई है तो तेरी भुख मर गई, कई सालों का मैं शमशान च बैठिया, किवें उम्मीद करदी है मैं जाके बाहर कमावां। तां ही गुरबाणी बार बार सुचेत करेगी, पहला मरण कबूल जीवन की छड़ आस, हो सबना की रेणुका तो आओ हमारे पास। इसे करके सतगुरु कह रहे हैं, बार बार सानू समझा रहे हैं, कह तो सारे दिन कि मर जाना है, पर किसी विरले नूं ये समझ पै जाती है कि जे मर ही जाना है तो फिर करिए की हुण। मैं फिर एक गल विच आ गई, हुण कंठ तक आ गई तो कह ही जावां सही, भावें नाराज़ बहुत संगत हुंदी है, पर हुण आ गई है कंठ तक, वापस नहीं मोड़ सकता। कल कुर्सियां की गल मैं कह के गया तो बाहर बजुर्ग एक मिल गए मैनू कि मेरे तो थल्ले नहीं बैठा जाता, मैं की करा। मैं क्या मैनू ना पुछो, सतगुरां नूं पुछ लो। 98 साल की उम्र में बाबा बुड्ढा जी ग्रंथी सिंह लगे ने, किहड़ी कुर्सी ते बैठे सन। 98 साल तो इधर किसी की उम्र नहीं होएगी, मैं नहीं मनता इत्थे होवे सही। चलो 98 साल भी होवे, 125 साल तो नहीं होएगी। 125 साल के बाबा बुड्ढा जी चलाना करते हैं, कभी सुनिया कुर्सी ते बैठे हैं? वक़्त दे होण कलयुग दे जहाज़ श्री गुरु अर्जन टोआ पुट के बैठते सन जिथे गुरु ग्रंथ साहब बैठ जाए। हालांकि गुरु ग्रंथ साहब नूं गुरु लकब नहीं सी मिलिया, आदि ग्रंथ सी, पोथी साहब सी, तां भी सतगुरां ने जिस दिन आदि ग्रंथ का प्रकाश होया अपने मंजे ते बैठना ही छोड़ दिता। कौन? वक़्त दे नानक, कलयुग का जहाज़, जिन्हां बारे गुरबाणी कहती है गुरु अर्जन परतख हर, ये तो हरि आप है, वो भी नहीं बैठा। फिर मैं बड़े उदाहरण दिते उन्होंने। मैनू एक चीज़ समझ आती है, गोडे नहीं मनते ना साडे, ये मैं भी हंकार नाल नहीं बोल सकता, मैनू नहीं पता मेरे ते बुढ़ापा किस तरह का आएगा, पर जिस तरह का भी आए सतगुरु कृपा करन अपनी मर्यादा के अंदर तोड़ लैन। मैनू लगता है जे प्यार नाल असीं नहीं समझते फिर सतगुरु को डंडा भी है समझाउण लई। वो कहते प्यार नाल नहीं समझदा, नहीं बैठदा थल्ले। तो मैनू इस तरह एक दिन फुरना उठ्या कि असीं जिहड़े कुर्सियां ते बैठते हाँ, जे साडे सिर ते पिस्तौल रख दी जाए हुणे ही, तो क्या जावे हुणे गोली मार देंगे थल्ले बैठो, एक छिन भी नहीं लाँगे असीं थल्ले बैठते जिन्ने मर्जी गोडे दुखते हो। नहीं, गोली का डर है, गुरु का डर है, गुरु का डर कोई नहीं। इत्थे तो पहला मरण कबूल है, ये तो सुते सिद्ध गल आ गई। सतगुरु कृपा करना, अरदास बहुत वड्डी ताकत है साडे कोल। कल मैं आशा भोसले की उन्होंने गल सुना रहा सी, बॉलीवुड की एक सिंगर हरमंदर साहब जाती है, गोडे नहीं सन कम करते, सोचती सी केवल ग्रिल उपर सिर रख के आ जावांगी। कहती है मैं अंदर गई, पता नहीं की होया, मैं किन्ने सालों तो गोडे मोड़ के नहीं सन देखे, मैं डंडौत करके मत्था टेक लिया उधर, तो उसके बोल ने मेरे नहीं। तुसीं इंटरनेट पर सर्च कर सकते हो। वो कहती है उस वक्त मैनू महसूस होया हुण जे मेरे प्राण भी निकल जान तो मैनू कोई गिला नहीं, इतना आनंदित मैं महसूस कर रही सी। अरदास में बड़ी ताकत है। इत्थे ते प्रभ भावै बिन सास ते राखे है, इत्थे ते मृतक को जीवालन हार है। पंजां दे सिर लैके दोबारा उन्होंने जीवित करने वाले सतगुरु ने। सो केवल अरदास ही कर सकते हैं। मैं फिर कहां, मैं आपदे कदमां ते सिर रखा, मेरा बोलण का अधिकार कोई नहीं हंकार विच कि कुर्सियां ते बैठे। मैनू नहीं पता बुढ़ेपा मेरे ते किवें आएगा, पर सतगुरां ने अरदास की बहुत वड्डी ताकत ते ढारस सिखां नूं दित्ती है। गुर जी की बिरथा होए सो गुर पै अरदास कर। सो सतगुरु अगे अरदास करिए, तन और मन दे दोनों दे रोग कट देंदे। सिमरों सिमर सिमर सुख पावों, कल कलेश तन माहे मिटावों। सो सतगुरु कृपा करन। फरमाउणा करदे हन, नानक वखाणे बेनती जल थल महियल सोए। हुण नानक नूं औंकड़ लग्या, इधर नानक वखाणे तो भाव गुरु नानक साहब आप कह रहे हैं कि मैं बेनती करदा हाँ कि ये उपर मैं जिन्ने सुल्तान खान, मीर मलूक,
ਪੀਰ, ਇਹ ਜਿਨ੍ਹਾਂ ਦੇ ਨਾਮ ਦੱਸਣ ਸਾਰੇ ਚਲਾਣਾ ਕਰ ਗਏ, ਪਰ ਮੈਂ ਬੇਨਤੀ ਕਰਕੇ ਤੁਹਾਨੂੰ ਸਮਝਾਉਂਦਾ, ਚਲਾਣਾ ਕੋਈ ਨਹੀਂ ਕਰੇਗਾ। ਇੱਕ ਕੌਣ? ਜਲ ਥਲ ਮਹੀਲ ਸੋਏ, ਜਿਸ ਦਾ ਜਲ ਵਿੱਚ, ਥਲ ਵਿੱਚ, ਮਹੀਲ ਆਕਾਸ਼ ਵਿੱਚ ਟਿਕਾਣਾ ਹੈ, ਭਾਵ ਕਰਤਾਰ, ਜਿਹੜਾ ਤਿੰਨੋਂ ਭਵਨਾਂ ਵਿੱਚ ਇੱਕੋ ਸਮੇਂ ਟਿਕਾਣਾ ਰੱਖਦਾ ਹੈ, ਉਹ ਚਲਾਣਾ ਨਹੀਂ ਕਰਦਾ। ਸਤਿਗੁਰੂ ਕਹਿੰਦੇ ਨੇ ਅੱਲਾ ਅਲਖ ਅਗੰਮ ਕਾਦਰ ਕਰਨਹਾਰ ਕਰੀਮ। ਫਿਰ ਉਹ ਕਿਸ ਤਰ੍ਹਾਂ ਦਾ ਹੈ ਜਿਹੜਾ ਚਲਾਣਾ ਨਹੀਂ ਕਰਦਾ? ਅੱਲਾ ਹੈ। ਇਧਰ ਅਲਾਹੋ ਨਹੀਂ ਪੜ੍ਹਨਾ, ਅੱਲਾ ਨਾਉਨ, ਨਾਉਨ ਨੂੰ ਔਂਕੜ ਨਹੀਂ ਪੜੀ ਜਾਂਦੀ ਗੁਰਬਾਣੀ ਵਿੱਚ। ਅੱਲਾ, ਅੱਲਾ ਜਿਹੜਾ ਅਦ੍ਰਿਸ਼ਟ ਹੈ, ਮੇਰੀ ਪਹੁੰਚ ਤੋਂ ਪਰੇ ਹੈ, ਮੇਰੀ ਸਮਝ ਤੋਂ ਪਰੇ ਹੈ, ਉਸ ਨੂੰ ਮੈਂ ਸਮਝ ਨਹੀਂ ਸਕਦਾ, ਵੇਖ ਨਹੀਂ ਸਕਦਾ, ਇੰਦਰੀਆਂ ਦੇ ਵਸ ਨਹੀਂ ਆਉਂਦਾ, ਉਹ ਅੱਲਾ ਹੈ। ਅਲਖ, ਜਿਸ ਨੂੰ ਮੈਂ ਬਿਆਨ ਵੀ ਨਹੀਂ ਕਰ ਸਕਦਾ। ਜੇ ਹੋ ਜਾਣਾ ਆਖਾਂ ਨਹੀਂ। ਮੈਂ ਹਰ ਵਾਰ ਸਮਾਂ ਵੱਧ ਲੈ ਜਾਂਦਾ ਕਥਾ ਵਿੱਚ, ਹਰ ਵਾਰ। ਬੜੀ ਕੁਤਾਹੀ ਹੈ ਮੇਰੀ, ਬੜਾ ਆਪਣੇ ਆਪ ਨੂੰ ਸੰਕੋਚਦਾ, ਪਰ ਮੈਨੂੰ ਜਸਵੰਤ ਸਿੰਘ ਪਰਵਾਨਾ ਜੀ ਦੀ ਗੱਲ ਚੇਤੇ ਆਉਂਦੀ ਹੈ। ਮੰਜੀ ਸਾਹਿਬ ਤੋਂ ਕਥਾ ਕਰਦੇ ਸਨ, ਕਹਿੰਦੇ ਸਨ ਕਥਾਵਾਚਕ ਬੈਠਦਾ ਤੇ ਸੋਚਦਾ ਸਾਰਾ ਕੁਝ ਅੱਜ ਹੀ ਕਹਿ ਜਾਵਾਂ। ਮੈਂ ਯਕੀਨ ਕਰਦਾ ਉਹਨਾਂ ਦੀ ਗੱਲ ਤੇ। ਪਤਾ ਕਿਉਂ? ਕਹਿੰਦੇ ਗੁਰਬਾਣੀ ਭਾਵੇਂ ਕਹਿ ਰਹੀ ਹੈ ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਤੇਰੇ ਤੋਂ ਪਹਿਲਾਂ ਕਰੋੜਾਂ ਹੀ ਕਥਾਵਾਚਕ ਆ ਕੇ ਬੈਠ ਗਏ, ਅੱਜ ਤੱਕ ਤੇ ਪਰਮਾਤਮਾ ਨੂੰ ਸੰਪੂਰਨ ਤੌਰ ਤੇ ਕੋਈ ਨਹੀਂ ਦੱਸ ਸਕਿਆ, ਤੂੰ ਕਿਹੜੇ ਬਾਗ ਦੀ ਮੂਲੀ। ਮੈਂ ਬੜਾ ਸੰਕੋਚਨ ਦੀ ਕੋਸ਼ਿਸ਼ ਕਰਦਾ, ਪਰ ਫਿਰ ਸਮਾਂ ਵੱਧ ਲੈ ਜਾਂਦਾ। ਵਾਹਿਗੁਰੂ ਕਿਰਪਾ ਕਰਨ ਮੈਨੂੰ ਵੀ ਪਾਬੰਦ ਬਣਾਉਣ, ਤੁਸੀਂ ਅਰਦਾਸ ਕਰਨੀ। ਅੱਲਾ ਹੈ ਜਿਸ ਦਾ ਅਦ੍ਰਿਸ਼ਟ ਹੈ, ਜਿਸ ਨੂੰ ਵੇਖਿਆ ਨਹੀਂ ਜਾ ਸਕਦਾ, ਅਲਖ ਲਖਿਆ ਨਹੀਂ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ, ਅਗੰਮ ਗਮਤਾ ਤੋਂ ਪਰੇ, ਮੇਰੀ ਪਹੁੰਚ ਤੋਂ ਪਰੇ, ਅਪਹੁੰਚ, ਕਾਦਰ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਸਰਵ ਸ਼ਕਤੀਮਾਨ ਤਾਕਤ, ਫਿਰ ਕਰਨਹਾਰ ਕਰੀਮ, ਸਾਰਿਆਂ ਦਾ ਰਿਜ਼ਕ ਹਰਤਾ, ਸਾਰਿਆਂ ਨੂੰ ਰਿਜ਼ਕ ਪਹੁੰਚਾਉਣ ਵਾਲਾ, ਸਾਜਣ ਵਾਲਾ, ਰਚਨਹਾਰ, ਕਰੀਮ ਦਇਆਲੂ, ਸਭ ਦੁਨੀਆ ਆਵਣ ਜਾਵਣੀ ਮੁਕਾਮ ਏਕ ਰਹੀਮ। ਇਹ ਜਿਹੜਾ ਰਹੀਮ ਰਹਿਮ ਕਰਨ ਵਾਲਾ ਹੈ, ਅੱਲਾ, ਇਹ ਖੁਦਾ, ਇਹ ਵਾਹਿਗੁਰੂ, ਇਹ ਹਰੀ ਪਰਮਾਤਮਾ, ਇਹੀ ਕੇਵਲ ਇੱਕ ਹੈ ਜਿਹੜਾ ਦੁਨੀਆ ਤੇ ਆਉਂਦੀ ਜਾਉਂਦੀ ਰਹੇਗੀ, ਇਹ ਟਿਕਿਆ ਰਹੇਗਾ। ਬੈਠਾ ਵੇਖੈ ਵਤ ਇਕੇਲਾ, ਕੱਲਾ ਟਿਕਿਆ ਹੋਇਆ। ਮੁਕਾਮ ਤਿਸਨੋ ਆਖੀਐ ਜਿਸ ਸਿਸ ਨਾ ਹੋਵੀ ਲੇਖ। ਕਹਿੰਦੇ ਨੇ ਥੋ ਟਿਕਾਣਾ ਪੱਕਾ ਉਸ ਦਾ ਮੰਨ ਲਓ ਜਿਸ ਦੇ ਸਿਰ ਤੇ ਕਰਮਾਂ ਦਾ ਜਾਲ ਨਾ ਲਿਖਿਆ ਹੋਵੇ, ਜਿਸ ਦੇ ਸਿਰ ਤੇ ਨਾ ਲਿਖਿਆ ਹੋਵੇ ਕਿ ਤੂੰ ਆਣਾ ਜਾਣਾ ਹੈ। ਅਸੀਂ ਜਪਜੀ ਸਾਹਿਬ ਦੀ ਕੱਲ ਵੀ ਪੰਕਤੀ ਸਾਂਝੀ ਕੀਤੀ ਸੀ, ਅੱਜ ਵੀ ਕਰ ਲਈਏ। ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਵ ਫਰਮਾਏ ਤਿਵ ਤੇ ਪਾਏ। ਕਰਮਾਂ ਦਾ ਜਾਲ ਸਾਡੇ ਸਿਰਾਂ ਤੇ, ਸਾਡੇ ਮਸਤਕ ਤੇ ਲਿਖ ਦਿੱਤਾ ਹੈ, ਪਰ ਵਾਹਿਗੁਰੂ ਕਰਮਾਂ ਦੇ ਜਾਲ ਦੇ ਅੰਦਰ ਨਹੀਂ ਆਉਂਦਾ। ਸੋ ਗੁਰਦੇਵ ਕਹਿ ਰਹੇ ਨੇ ਮੁਕਾਮ ਉਹੀ ਹੈ ਜਿਸ ਦੇ ਸਿਰ ਤੇ ਕਰਮਾਂ ਦਾ ਜਾਲ ਨਹੀਂ ਲਿਖਿਆ ਹੋਇਆ। ਅਸਮਾਨ ਧਰਤੀ ਚਲਸੀ, ਅਸਮਾਨ ਵੀ ਖਤਮ ਹੋ ਜਾਏਗਾ, ਧਰਤੀ ਬਣਾਈ ਵੀ ਬਿਨਸ ਜਾਏਗੀ, ਮੁਕਾਮ ਉਹੀ ਏਕ। ਕੱਲਾ ਉਹ ਬੈਠਿਆ ਹੋਵੇਗਾ ਤੇ ਵੇਖ ਰਿਹਾ ਹੋਵੇਗਾ, ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ। ਜਦੋਂ ਆਪਣੇ ਗਰਭ ਤੋਂ ਉਸਨੇ ਸ੍ਰਿਸ਼ਟੀ ਬਣਾਈ ਤੇ ਇੰਨਾ ਵੱਡਾ ਦੁਨੀਆ ਦਾ ਪਸਾਰਾ ਫੈਲ ਗਿਆ, ਉਹ ਹੈ ਸੀ। ਪਰ ਜਬ ਆ ਕਰਖ, ਜਦੋਂ ਸ੍ਰਿਸ਼ਟੀ ਨੂੰ ਨੇਸ ਤੋਂ ਨਾਬੂਦ ਕਰ ਦੇਗਾ, ਜਬ ਆ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇ ਤਰ ਸਭ ਹੂੰ। ਜਦੋਂ ਸਾਰੀ ਸ੍ਰਿਸ਼ਟੀ ਨੇਸ ਤੋਂ ਨਾਬੂਦ ਹੋ ਜਾਏਗੀ, ਸਾਰੀ ਸ੍ਰਿਸ਼ਟੀ ਉਸਦੇ ਵਿੱਚ ਫਿਰ ਚਲੀ ਜਾਏਗੀ, ਉਹ ਤਾਂ ਵੀ ਬੈਠਿਆ ਹੋਵੇਗਾ। ਆਦ ਸੱਚ, ਜਦੋਂ ਕੁਝ ਨਹੀਂ ਹੈ ਸੀ ਉਹ ਉਦੋਂ ਵੀ ਹੈ ਸੀ। ਜੁਗ ਆਦ ਸੱਚ, ਜਦੋਂ ਜੁਗ ਸ਼ੁਰੂ ਹੋਵੇ ਉਦੋਂ ਵੀ ਹੈ ਸੀ। ਹੈ ਵੀ ਸੱਚ, ਹੁਣੇ ਵੀ ਹੈ, ਨਾਨਕ ਹੋਸੀ ਵੀ ਸੱਚ, ਅੱਗੇ ਵੀ ਰਹੇਗਾ। ਆਖਰੀ ਪੰਕਤੀ ਵੀ ਸਤਿਗੁਰੂ ਫਰਮਾਉਣ ਕਰ ਰਹੇ ਹਨ, ਦਿਨ ਰਵ ਚਲੈ ਨਿਸ ਸਸ ਚਲੈ। ਦਿਨ ਨੂੰ ਦਿਖਦਾ ਸੂਰਜ ਨਾਸ ਹੋ ਜਾਏਗਾ, ਨਿਸ ਰਾਤ ਨੂੰ ਦਿਖਦਾ ਸਸ ਚੰਦਰਮਾ ਨਾਸ ਹੋ ਜਾਏਗਾ, ਤਾਰਕਾ ਲਖ ਪਲੋਏ। ਇਹ ਜਿੰਨੇ ਵੱਡੇ ਸਟਾਰਸ, ਕੌਨਸਟੀਲੇਸ਼ਨ, ਗੈਲੈਕਸੀ ਸਾਨੂੰ ਦਿਖ ਰਹੀਆਂ, ਸਭ ਖਤਮ ਹੋ ਜਾਣਗੀਆਂ, ਪਰ ਕੋਈ ਇੱਕ ਚੀਜ਼ ਰਹਿ ਜਾਏਗੀ, ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬਗੋਏ। ਕਹਿੰਦੇ ਨੇ ਮੈਂ ਤੁਹਾਨੂੰ ਬੇਨਤੀ ਕਰਕੇ ਸਮਝਾਉਂਦਾ, ਕੇਵਲ ਇੱਕ ਮੁਕਾਮ, ਇੱਕ ਪੱਕਾ ਥੋ ਟਿਕਾਣਾ ਹੈ, ਸਾਰਿਆਂ ਨੂੰ ਬਣਾਉਣ ਵਾਲਾ, ਸਾਰਿਆਂ ਨੂੰ ਪਾਲਣ ਵਾਲਾ ਤੇ ਸਾਰਿਆਂ ਨੂੰ ਮਾਰ ਦੇਣ ਵਾਲਾ। ਤਿੰਨ ਸ਼ਕਤੀਆਂ ਨਹੀਂ ਹੈ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਇਹ ਸਾਰੇ ਨਾਸ ਹੋ ਜਾਣਗੇ, ਕੇਵਲ ਉਹ ਇੱਕ ਮੁਕਾਮ ਹੈ ਜਿਹੜਾ ਸਦਾ ਥਿਰ ਟਿਕਿਆ ਰਹੇਗਾ। ਇਸ ਪੰਕਤੀ ਦੇ
ਵਿਗਿਆਨੀਆਂ ਨੇ ਹੋਰ ਅਰਥ ਕੀ ਕੀਤੇ ਉਹ ਵੀ ਸਾਂਝੇ ਕਰ ਜਾਵਾਂ। ਦਿਨ ਰਵ ਚਲੈ, ਉਹ ਕਹਿੰਦੇ ਨੇ ਦਿਨ ਨੂੰ ਰਵੀ ਚੱਲ ਰਿਹਾ, ਭਾਵ ਸੂਰਜ ਚੱਲ ਰਿਹਾ। ਸਾਇੰਸ ਨਹੀਂ ਮੰਨਦੀ ਸੀ ਇਹ। ਨਿਸ ਸਸ ਚਲੈ, ਰਾਤ ਨੂੰ ਚੰਦਰਮਾ ਚੱਲ ਰਿਹਾ ਹੈ। ਤਾਰਕਾ ਲਖ ਪਲੋਏ, ਸਾਰੀ ਗੈਲੈਕਸੀ ਮੂਵੇਬਲ ਹੈ, ਸਟੇਸ਼ਨਰੀ ਕੁਛ ਨਹੀਂ ਹੈ, ਸਭ ਮੋਸ਼ਨ ਵਿੱਚ ਹੈ, ਸਭ ਚੱਲ ਰਿਹਾ ਹੈ। ਇਹ ਵਿਗਿਆਨ ਨਹੀਂ ਸੀ ਮੰਨਦਾ। ਮੈਂ ਆਪ ਜਦੋਂ ਮੈਂ ਪੜ੍ਹਦਾ ਸੀ ਸਕੂਲ ਮੈਂ ਪੜ੍ਹਿਆ ਹੈ ਸਨ ਇਜ਼ ਸਟੇਸ਼ਨਰੀ ਐਂਡ ਪਲੈਨਟਸ ਆਰ ਰਿਵੋਲਵਿੰਗ, ਕਿ ਜਿਹੜਾ ਸੂਰਜ ਹੈ ਸਥਿਰ ਹੈ ਤੇ ਆਲੇ ਦੁਆਲੇ ਉਸਦੇ ਪਲੈਨਟਸ ਘੁੰਮਦੇ ਨੇ। ਵਿਗਿਆਨ ਇਹ ਕਹਿੰਦਾ ਸੀ, ਪਰ ਹੁਣੇ ਵਿਗਿਆਨ ਨੇ ਬਦਲ ਲਿਆ ਆਪਣੇ ਆਪ ਨੂੰ। ਉਹ ਕਹਿੰਦਾ ਸੂਰਜ ਵੀ ਚੱਲ ਰਿਹਾ ਹੈ, ਹਾਲਾਂਕਿ ਉਸਦੀ ਸਪੀਡ ਬਹੁਤ ਘੱਟ ਹੈ, ਪਰ ਚੱਲ ਰਿਹਾ। ਵਿਗਿਆਨ ਨੇ ਕਬੂਲ ਕੀਤਾ ਹੈ। ਤੇ ਗੁਰੂ ਨਾਨਕ ਸਾਹਿਬ ਕੋਲ ਕਿਹੜਾ ਟੈਲੀਸਕੋਪ ਸੀ ਮੈਨੂੰ ਨਹੀਂ ਪਤਾ, ਉਹਨਾਂ ਨੇ ਉਸ ਟੈਲੀਸਕੋਪ ਨਾਲ ਵੇਖ ਕੇ ਲਿਖ ਦਿੱਤਾ ਦਿਨ ਰਵ ਚਲੈ। ਦਿਨ ਨੂੰ ਸੂਰਜ ਵੀ ਚੱਲਦਾ ਹੈ, ਰਾਤ ਨੂੰ ਚੰਦਰਮਾ ਵੀ ਚੱਲਦਾ ਹੈ, ਸਾਰੀ ਕੌਂਸਟੀਲੇਸ਼ਨ ਤਾਰੇ ਸਾਰੇ ਚੱਲਦੇ ਨੇ। ਇੱਕ ਅਕਾਲ ਪੁਰਖ ਹੈ ਜਿਹੜਾ ਸਥਿਰ ਬੈਠਿਆ ਹੋਇਆ। ਇਸ ਤੋਂ ਬਾਅਦ ਸਤਿਗੁਰੂ ਬੇਨਤੀ ਕਰਦੇ ਲਿਖਦੇ ਨੇ ਮਹੱਲੇ ਪਹਿਲੇ 17 ਅਸ਼ਟਪਦੀਆਂ, ਪਹਿਲੇ ਮਹੱਲੇ ਦੀਆਂ ਇਹ 17 ਅਸ਼ਟਪਦੀਆਂ 8 ਪਦਿਆਂ ਵਾਲੇ ਸ਼ਬਦ ਪਹਿਲੇ ਮਹੱਲੇ ਦੇ ਲਿਖੇ ਹੋਏ ਨੇ ਇੱਥੇ। ਹੁਣ ਮਹਲਾ ਤੀਜਾ ਦੇ ਸ਼ਬਦ ਕੱਲ੍ਹ ਸ਼ੁਰੂ ਹੋ ਜਾਣਗੇ। ਸਤਿਗੁਰੂ ਕਿਰਪਾ ਕਰਨ ਅੱਜ ਦੇ ਇਸ ਸ਼ਬਦ ਤੋਂ ਸਾਨੂੰ ਇਹ ਵਿਚਾਰ ਸਮਝ ਆ ਜਾਵੇ ਕਿ ਸਭ ਦੁਨੀਆ ਆਵਣ ਜਾਵਣੀ, ਇਹ ਜੈਸੇ ਜਲ ਤੇ ਬੁਦਬੁਦਾ ਹੈ, ਜਗ ਰਚਨਾ ਸਭ ਝੂਠ ਹੈ, ਮੁਕਾਮ ਉਹੀ ਏਕ ਹੈ। ਸਤਿਗੁਰੂ ਕਿਰਪਾ ਕਰਨ ਸਾਨੂੰ ਆਪਣੇ ਉਸ ਮੁਕਾਮ ਤੱਕ ਪਹੁੰਚਾਉਣ ਲਈ ਆਪਣੇ ਨਾਮ ਨਾਲ ਜੋੜ ਲੈਣ। ਅਸੀਂ ਵੀ ਸਤਿਗੁਰੂ ਦੇ ਬੱਚੇ ਬਣ ਕੇ ਕਿਧਰੇ ਨਾਮ ਜਪ ਲਈਏ। ਕੱਲ੍ਹ ਜਿਹੜੀ ਬੇਨਤੀ ਕੀਤੀ ਸੀ ਅੱਜ ਫਿਰ ਕਰ ਜਾਵਾਂ। ਬਾਣੀ ਦੀ ਕੇਵਲ ਇੱਕ ਪੰਕਤੀ ਦਾ ਅਰਥ ਰੋਜ਼, ਕੇਵਲ ਇੱਕ ਪੰਕਤੀ, ਇੱਕ ਸ਼ਬਦ ਵੀ ਨਹੀਂ, ਇੱਕ ਪੰਕਤੀ ਦਾ ਅਰਥ ਰੋਜ਼ ਕਰਾਂਗੇ। ਜਿੱਥੋਂ ਆਈ ਹੈ ਉੱਥੇ ਸਾਨੂੰ ਯਕੀਨਨ ਲੈ ਜਾਏਗੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਤਿਗੁਰੂ ਦਾ ਕੋਟਾਨ ਕੋਟ ਸ਼ੁਕਰ। ਫਤਿਹ ਗਜਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।